किताब विपरण की रीत तो सच दा मार्ग भाग पंजवां। लेखक सरदार गुरबख्श सिंह काला अफगाना। दूजे कांड का 7वां भाग खालसे का जन्मदिन अते भाग 8वां जन्मिया कि प्रगट होया। आवाज़ गुरजंट सिंह रूपो वाली। वाहिगुरू जी का खालसा वाहिगुरू जी की फतेह। भाग 7वां खालसे का जन्मदिन। ਉੱਪਰ ਤੀਜੇ ਕਾਂਡ ਵਿੱਚ ਅਸੀਂ ਚੰਗੀ ਤਰ੍ਹਾਂ ਸਮਝ ਆਏ ਹਾਂ ਕਿ ਨਿਰਮਲ ਪੰਥ ਦਾ ਅਥਵਾ ਖਾਲਸੇ ਦਾ ਜਨਮ ਗੁਰੂ ਨਾਨਕ ਜੀ ਦੇ ਪਹਿਲੇ ਸਰੂਪ ਨਾਲ ਜੁੜਿਆ ਹੋਇਆ ਹੈ। ਦਸ਼ਮੇਸ਼ ਜੀ ਨੇ ਕੋਈ ਅੱਡਰਾ ਤੀਸਰਾ ਪੰਥ ਨਹੀਂ ਸੀ ਚਲਾਇਆ। ਪੰਥ ਦੇ ਵੈਰੀ ਵਿਪਰ ਦੀ ਲਿਖਣ ਕਰਾਮਾਤ ਹੈ ਕਿ ਅਸਾਂ ਆਪਣਾ ਜਨਮ ਦਿਹਾੜਾ ਉਚੇਚੇ ਤੌਰ 'ਤੇ ਮਿਥ ਲਿਆ। ਕੌਮੀ ਜਨਮ ਦਿਨ ਵਾਲਾ ਪੁਰਬ ਮਨਾਉਣ ਦਾ ਰਿਵਾਜ਼ ਪੰਥ ਦੇ ਸ਼ੁਭ ਚਿੰਤਕਾਂ ਦੀ ਦੇਣ ਨਹੀਂ ਹੈ। ਨਿਰਮਲ ਪੰਥ ਭਾਵ ਖਾਲਸਾ ਪੰਥ ਦਾ ਨਿਰਮਾਣ ਕਰਨ ਦੀ ਯੋਜਨਾ ਲੈ ਕੇ ਉਹੀ ਪਰਮ ਖਾਲਸਾ ਆਇਆ ਸੀ ਜਿਸ ਨੇ ਦੂਰ ਦੁਰਾਡੇ ਵਸਦੇ ਕਬੀਰ ਸਾਹਿਬ ਦੇ ਨਿਵਾਸ ਅਸਥਾਨ ਤੋਂ ਖਾਲਸਾ ਸ਼ਬਦ ਲਿਆ ਕੇ ਗੁਰੂ ਬਾਣੀ ਦਾ ਹਿੱਸਾ ਬਣਾਇਆ ਸੀ। ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ। ਪੰਨਾ 654। ਪਰਮ ਖਾਲਸਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੀ ਖਾਲਸਾ ਧਰਮ ਦੇ ਜਨਮਦਾਤਾ ਹਨ। ਗੁਰੂ ਪਰਮੇਸ਼ਰ ਜੀ ਨੇ ਸਪਸ਼ਟ ਕਰ ਦਿੱਤਾ ਸੀ ਕਿ ਉਹਨਾਂ ਦਾ ਖਾਲਸਾ ਉਹੀ ਹੋਣਾ ਹੈ ਜਿਸ ਨੇ ਇੱਕ ਵਾਹਿਗੁਰੂ ਦੀ ਪ੍ਰੇਮਾ ਭਗਤੀ ਨਾਲ ਜੁੜ ਕੇ ਆਤਮਿਕ ਮੌਤ ਲਿਆਉਣ ਵਾਲੇ ਕਰਮਕਾਂਡੀ ਬੰਧਨਾਂ ਤੋਂ ਆਜ਼ਾਦ ਵਿਚਰਨਾ ਹੈ। ਖੰਡੇ ਬਾਟੇ ਦੇ ਅੰਮ੍ਰਿਤ ਦੀ ਤਿਆਰੀ ਵਾਲਾ ਸਾਕਾ 300 ਸਾਲ ਤੋਂ ਵੱਧ ਸਮਾਂ ਪਹਿਲਾਂ ਸਿਰਜੇ ਜਾ ਚੁੱਕੇ ਪੰਥ ਦੀ ਪ੍ਰੀਖਿਆ ਦਾ ਦਿਨ ਸੀ। ਆਪਣੇ ਜਨਮਦਾਤਾ ਸਦ ਜੀਵੇ ਪਿਤਾ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਅੱਡਰਾ ਆਪਣਾ ਜਨਮ ਦਿਨ ਮਨਾਉਣਾ ਹੰਕਾਰ ਦਾ ਪ੍ਰਗਟਾਵਾ ਹੈ। ਗੁਰੂ ਨਾਨਕ ਦੇਵ ਜੀ ਦਾ ਆਗਮਨ ਦਿਨ ਹੀ ਖਾਲਸਾ ਜੀ ਦਾ ਜਨਮ ਦਿਹਾੜਾ ਹੈ। ਸਦ ਜੀਵੇ ਪਿਤਾ ਦੇ ਆਗਮਨ ਦਿਨ ਨੂੰ ਆਪਣਾ ਜਨਮ ਦਿਨ ਸਮਝਣ ਵਾਲੇ ਆਪ ਵੀ ਸਦ ਜੀਵੇ ਕਿਉਂ ਨਾ ਹੋਣ। ਤੇਜ ਪ੍ਰਤਾਪ ਉਹਨਾਂ ਦਾ ਵਰਦਾ ਕਿਉਂ ਨਾ ਬਣ ਖਲੋਏ। ਸਤਿਗੁਰਾਂ ਦੀ ਇਹ ਖਾਸ ਮਹਿਮਾ ਸੀ ਜੋ ਉਹਨਾਂ ਨੇ ਪਹਿਲੇ ਸਰੂਪ ਸਮੇਂ ਨਿਰਮਲ ਪੰਥ ਦੀ ਸਿਖਲਾਈ ਵਾਲੇ ਵਿਦਿਆਲੇ ਵਿੱਚ ਦਾਖਲ ਹੋ ਰਹੇ ਵਿਦਿਆਰਥੀਆਂ ਨੂੰ ਝਟਪਟ ਖਾਲਸਾ ਜੀ ਕਹਿ ਕੇ ਸੰਬੋਧਨ ਨਹੀਂ ਸੀ ਕੀਤਾ ਕਿ ਕਿਸੇ ਸੁਪਰੀਮ ਕਮਾਂਡਰ ਨੇ ਉਚੇਚੇ ਅਧਿਕਾਰਾਂ ਵਾਲਾ ਕੋਈ ਖਿਤਾਬ ਕਿਸੇ ਰੰਗਰੂਟ ਨੂੰ ਵੀ ਕਦੇ ਦਿੱਤਾ ਹੈ। 10ਵੇਂ ਸਰੂਪ ਸਮੇਂ ਆਪਣੇ ਇਸ ਨਿਰਮਲ ਪੰਥੀਆਂ ਦੀ ਕਰੜੀ ਪ੍ਰੀਖਿਆ ਲਈ ਇਸ ਪ੍ਰੀਖਿਆ ਨੂੰ ਕੇਵਲ ਕਰੜੀ ਕਹਿਣਾ ਬੇਇਨਸਾਫੀ ਹੈ। ਸੰਸਾਰ ਦੇ ਇਤਿਹਾਸ ਵਿੱਚ ਅਜਿਹੀ ਕੋਈ ਉਦਾਹਰਣ ਨਹੀਂ ਮਿਲਦੀ ਜਿੱਥੇ ਕਿਸੇ ਗੁਰੂ ਨੇ ਆਪਣੇ ਸ਼ਿਕਸ਼ਕ ਕੋਲੋਂ ਗੁਰੂ ਦੱਖਣਾ ਵਿੱਚ ਉਸ ਦਾ ਸੀਸ ਮੰਗ ਲਿਆ ਹੋਵੇ। ਸਿੱਖਾਂ ਕੋਲੋਂ ਸੀਸ ਦੀ ਮੰਗ ਕਰ ਲੈਣੀ ਲਾਸਾਨੀ ਅਥਵਾ ਨਿਆਰੀ ਅਤੇ ਭਿਆਨਕ ਹੱਦ ਤੱਕ ਕਰੜੀ ਪ੍ਰੀਖਿਆ ਸੀ। ਅਜਿਹੀ ਪ੍ਰੀਖਿਆ ਵਿੱਚ ਨਿਰਮਲ ਪੰਥੀਆਂ ਦਾ ਪੂਰੇ ਦੇ ਪੂਰੇ ਨੰਬਰ ਲੈ ਕੇ ਪਾਸ ਹੋ ਜਾਣਾ ਮਾਮੂਲੀ ਘਟਨਾ ਨਹੀਂ ਸੀ। ਸਾਰੇ ਸੰਸਾਰ ਦੇ ਇਤਿਹਾਸਕਾਰਾਂ ਨੇ ਇੱਕ ਜ਼ੁਬਾਨ ਹੋ ਕੇ ਇਸ ਪ੍ਰੀਖਿਆ ਵਿੱਚ ਪਾਸ ਹੋ ਜਾਣ ਵਾਲੇ ਪੰਥ ਦੀ ਮਹਿਮਾ ਲਿਖੀ ਜਿਸ ਤੋਂ ਇਹ ਨਵ ਜਨਮਿਆ ਪੰਥ ਸੰਸਾਰ ਦੇ ਇਤਿਹਾਸ ਵਿੱਚ ਵਿਸ਼ੇਸ਼ ਥਾਂ ਮੱਲ ਕੇ ਸੰਸਾਰ ਵਿੱਚ ਪ੍ਰਗਟ ਹੋਇਆ। ਆਪਣੇ ਨਿਰਮਲ ਪੰਥੀਆਂ ਨੂੰ ਸਤਿਗੁਰਾਂ ਨੇ ਖਾਲਸਾ ਕਹਿ ਕੇ ਸੰਬੋਧਨ ਕੀਤਾ ਅਤੇ ਖੰਡੇ ਬਾਟੇ ਦੀ ਪਹੁਲ ਦੇ ਕੇ ਇਸ ਨੂੰ 5 ਕਕਾਰਾਂ ਦਾ ਧਾਰਨੀ ਬਣਾ ਦਿੱਤਾ। ਹਰ ਪੱਖੋਂ ਸੁੱਚਾ ਅਤੇ ਨਿਆਰਾ ਆਚਰਣ ਅਤੇ ਨਿਆਰੀ ਸੂਰਤ ਦੀ ਬਖਸ਼ਿਸ਼ ਕਰਕੇ ਸਤਿਗੁਰਾਂ ਨੇ ਖਾਲਸਾ ਜੀ ਨੂੰ ਆਪਣਾ ਹੀ ਰੂਪ ਬਣਾ ਲਿਆ। ਜਿਸ ਨਵੇਂ ਪੰਥ ਦੀ ਸਿਰਜਣਾ ਨਨਕਾਣਾ ਸਾਹਿਬ ਦੀ ਧਰਤੀ ਤੋਂ ਆਰੰਭ ਹੋਈ ਸੀ ਉਸੇ ਨਿਰਮਲ ਪੰਥ ਨੂੰ ਖਾਲਸਾ ਕਹਿ ਕੇ ਨਿਵਾਜਿਆ ਸੀ। ਖਾਲਸੇ ਦੇ ਪ੍ਰਗਟ ਹੋਣ ਵਾਲੇ ਦਿਨ ਨੂੰ ਜਨਮ ਦਿਨ ਮੰਨ ਲੈਣਾ ਪੰਥਕ ਹਿੱਤਾਂ ਲਈ ਲਾਹੇਵੰਦ ਸਿੱਧ ਨਹੀਂ ਹੋਇਆ। ਧਿਆਨ ਵਿੱਚ ਲਿਆਓ 1699 ਦੀ ਵਿਸਾਖੀ ਦੇ ਦਿਨ ਤੱਕ ਬਣ ਚੁੱਕਿਆ ਆਪਣਾ ਪਿਛੋਕੜ। ਕਿਹੜੀ ਸਿਖਰ ਤੋਂ ਤੁਸੀਂ ਤੁਰੇ ਸੋ ਤੇ ਕਿਸ ਨਿਵਾਣ 'ਤੇ ਅੱਜ ਆ ਪਏ ਹੋ। ਪ੍ਰਗਟ ਹੋਏ ਖਾਲਸਾ ਜੀ ਨੂੰ ਸਤਿਗੁਰ ਪੂਰਾ ਕਹਿਣ ਵਾਲੇ ਦਸ਼ਮੇਸ਼ ਜੀ ਨੇ ਨਾਲ ਹੀ ਫਰਮਾ ਦਿੱਤਾ ਸੀ ਕਿ ਇਹ ਖਾਲਸਾ ਜੀਓ ਧਿਆਨ ਰੱਖਣਾ ਜਿਨ੍ਹਾਂ ਖੂਬੀਆਂ ਅਤੇ ਗੁਣਾਂ ਦੇ ਕਾਰਨ ਤੂੰ ਅੱਜ ਸੰਸਾਰ ਵਿੱਚ ਪ੍ਰਗਟ ਹੋਇਆ ਹੈ ਜੇ ਉਹ ਨਿਆਰੀਆਂ ਸਿਫਤਾਂ ਨਾ ਰਹੀਆਂ ਤਾਂ ਸਾਰਾ ਮਾਣ ਸਤਿਕਾਰ ਜੋ ਮੈਂ ਅੱਜ ਦੇ ਰਿਹਾ ਹਾਂ ਤੇਰੇ ਕੋਲ ਨਹੀਂ ਰਹਿਣਾ। ਸੋ ਅਸੀਂ ਗੁਆਂਢੀਆਂ ਪਾਕਿਸਤਾਨੀਆਂ
ਜਿੰਨਾ ਵੀ ਮਾਣ ਸਤਿਕਾਰ ਆਪਣੇ ਕੋਲ ਰੱਖ ਸਕੇ। ਆਪਣੇ ਗੁਰੂ ਪਰਮੇਸ਼ਰ ਦਾ ਕਿਹਾ ਵਿਸਾਰ ਕੇ ਗੁਰੂ ਪਰਮੇਸ਼ਰ ਦੀ ਗੱਲ ਸੁਣਨੀ ਵੀ ਵਿਸਾਰ ਬੈਠੇ, ਫਿਰ ਪਰਮੇਸ਼ਰ ਤੇ ਭੁੱਲਿਆ। ਅਸੀਂ ਆਪਣੇ ਹਿੱਸੇ ਦਾ ਰਾਜ ਉਹਨਾਂ ਕੋਲੋਂ ਨਾ ਮੰਗ ਸਕੇ ਜਿਹੜੇ ਜਾਣ ਲੱਗੇ ਸਾਨੂੰ ਆਵਾਜ਼ਾਂ ਮਾਰ-ਮਾਰ ਕਹਿੰਦੇ ਰਹੇ ਕਿ ਜੋ ਅਸੀਂ ਦੇ ਰਹੇ ਹਾਂ ਤੁਸੀਂ ਲੈਂਦੇ ਕਿਉਂ ਨਹੀਂ। ਅੱਜ ਅਸੀਂ ਉਹਨਾਂ ਤੋਂ ਆਪਣਾ ਰਾਜ ਭਾਗ ਮੰਗ ਰਹੇ ਹਾਂ, ਜਿਹੜੀ ਸਾਡੀ ਸੂਰਤ ਮੂਰਤ ਵੀ ਖੋਹ ਲੈਣ ਦੀ ਚਿੰਤਾ ਵਿੱਚ ਡੁੱਬੇ ਰਹਿੰਦੇ ਹਨ। ਸਿਰਜਣਹਾਰ ਦੇ ਨਿਯਮ ਅਨੁਸਾਰ ਕਿਸੇ ਵੀ ਕੌਮ ਦੇ ਸਾਰੇ ਮਨੁੱਖਾਂ ਦਾ ਜਨਮ ਅਤੇ ਮਰਨ ਇੱਕ ਥਾਂ ਅਤੇ ਇੱਕ ਦਿਨ ਕਦੇ ਨਹੀਂ ਹੋਇਆ। ਇਸੇ ਕਰਕੇ ਸੰਸਾਰ ਵਿੱਚ ਅਜਿਹੀ ਹੋਰ ਕੋਈ ਕੌਮ ਨਹੀਂ ਜਿਸ ਨੇ ਕਦੇ ਆਪਣਾ ਜਨਮ ਦਿਨ ਮਨਾਇਆ ਹੋਵੇ। ਫਿਰ ਖਾਲਸਾ ਪੰਥ ਨੂੰ ਆਪਣਾ ਜਨਮ ਦਿਨ ਮਿਥ ਲੈਣ ਦਾ ਖਿਆਲ ਕਿਵੇਂ ਪੈਦਾ ਹੋ ਗਿਆ? ਨਿਰਸੰਦੇਹ ਇਹ ਭਾਣਾ ਬ੍ਰਾਹਮਣੀ ਲਿਖਤ ਦੀ ਕਰਾਮਾਤ ਨਹੀਂ ਵਰਤਾਇਆ। ਉਹ ਅਦਭੁਤ ਲਿਖਤ ਹੈ, ਬਚਿੱਤਰ ਨਾਟਕ, ਜਿਸ ਨੂੰ ਗੁਰਬਾਣੀ ਦੀ ਕਸਵੱਟੀ 'ਤੇ ਪਰਖ ਕੇ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਕਰਨ ਦਾ ਪੱਕਾ ਸੰਕਲਪ ਹੈ, ਅੱਗੇ ਜੋ ਸਤਿਗੁਰਾਂ ਨੂੰ ਭਾਵੇ। ਹਾਲੀ ਇੰਨਾ ਹੀ ਯਾਦ ਰੱਖੀਏ ਕਿ ਬਚਿੱਤਰ ਨਾਟਕ ਇਸ ਬਚਿੱਤਰ ਵਿਪਰ ਦਾ ਅਜਿਹਾ ਬਚਿੱਤਰ ਟਾਈਮ ਬੰਬ ਹੈ ਜਿਸ ਨੇ ਐਨ ਸਮੇਂ ਸਿਰ ਅਜਿਹਾ ਹੋਰ ਵੀ ਵੱਧ ਬਚਿੱਤਰ ਧਮਾਕਾ ਕਰਨਾ ਹੈ ਕਿ ਖਾਲਸਾ ਨੇ ਆਪਣੀ ਪਛਾਣ ਗਵਾ ਬੈਠਣੀ ਹੈ। ਭਾਗ 8ਵਾਂ। ਜਨਮਿਆ ਕਿ ਪ੍ਰਗਟ ਹੋਇਆ। ਜਨਮ ਲੈਣਾ, ਅਵਤਾਰ ਧਾਰਨਾ ਅਤੇ ਪ੍ਰਗਟ ਹੋਣਾ ਇੱਕੋ ਗੱਲ ਨਹੀਂ, ਦੋ ਅੱਡ-ਅੱਡ ਹਾਲਤਾਂ ਹਨ। ਹੇਠ ਲਿਖੇ ਸਪਸ਼ਟੀਕਰਨ ਦੇ ਕਾਰਨ ਦਾਸ ਨੇ ਇਸ ਕਥਨ ਨੂੰ ਗੁਰਮਤਿ ਅਨੁਸਾਰ ਮੰਨਿਆ ਹੈ। ਜਨਮ ਲੈਣ ਅਤੇ ਪ੍ਰਗਟ ਹੋਣ ਵਿੱਚ ਅੰਤਰ। ਜਨਮ ਲੈਣ ਦਾ ਅਰਥ ਮਾਤਾ ਦੇ ਗਰਭ ਤੋਂ ਪੈਦਾ ਹੋਣਾ ਹੈ। ਫੁੱਟਨੋਟ: ਪ੍ਰੋਹਤਵਾਦੀ ਲੁੱਟ ਨੀਤੀ ਦੀ ਉਪਜ ਡੇਰਾਵਾਦ ਨੇ ਸਿੱਖ ਜਗਤ ਵਿੱਚ ਛੋਛਾ ਛੱਡਿਆ ਹੋਇਆ ਹੈ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕਣ 'ਤੇ ਜਦ ਅਸੀਂ ਆਪਣਾ ਪਿਤਾ ਦਸ਼ਮੇਸ਼ ਜੀ ਅਤੇ ਮਾਤਾ ਸਾਹਿਬ ਦੇਵਾਂ ਜੀ ਨੂੰ ਮੰਨ ਲੈਂਦੇ ਹਾਂ ਤਾਂ ਫਿਰ ਉਸ ਦਿਨ ਅਸੀਂ ਸਤਿਗੁਰ ਕਹਿ ਜਨਮੇ ਗੁਰਵਾਕ ਅਨੁਸਾਰ ਗੁਰੂ ਦੇ ਘਰ ਜਨਮਦੇ ਹਾਂ। ਸੋ ਅੰਮ੍ਰਿਤ ਤਿਆਰ ਕਰਕੇ ਸਿੰਘਾਂ ਨੂੰ ਅੰਮ੍ਰਿਤਧਾਰੀ ਬਣਾਇਆ ਜਾਣ ਵਾਲਾ 1699 ਦਾ ਵਿਸਾਖੀ ਵਾਲਾ ਦਿਨ ਖਾਲਸੇ ਦਾ ਜਨਮ ਦਿਨ ਬਣ ਚੁੱਕਾ ਹੈ ਅਤੇ ਇਸੇ ਆਧਾਰ 'ਤੇ ਖਾਲਸੇ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਇਸ ਦਲੀਲ ਤੋਂ ਇਹ ਸ਼ੰਕੇ ਨਿਵਰਤੀ ਗੋਚਰੇ ਬਣ ਖਲੋਂਦੇ ਹਨ। ਨੰਬਰ 1। ਦਸ਼ਮੇਸ਼ ਜੀ ਨੂੰ ਪਿਤਾ ਅਤੇ ਸਾਹਿਬਦੇਵਾਂ ਜੀ ਨੂੰ ਆਪਣੀ ਮਾਤਾ ਕਹਿਣ ਨਾਲ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਅਤੇ ਮਾਤਾ ਸੁਲੱਖਣੀ ਜੀ ਨਾਲੋਂ ਆਪਣਾ ਰਿਸ਼ਤਾ ਤੋੜ ਰਹੇ ਹੁੰਦੇ ਹਾਂ। ਨੰਬਰ 2। ਕਿ ਅਸੀਂ ਬ੍ਰਾਹਮਣ ਦੀ ਇਹ ਇੱਛਾ ਪੂਰੀ ਨਹੀਂ ਕਰ ਰਹੇ ਹੁੰਦੇ ਕਿ ਦਸ਼ਮੇਸ਼ ਜੀ ਗੁਰੂ ਨਾਨਕ ਨਹੀਂ ਸਨ, ਉਹ ਸਿੱਧੇ ਪਰਮਾਤਮਾ ਕੋਲੋਂ ਸ਼ਕਤੀਆਂ ਲੈ ਕੇ ਆਏ ਸਨ। ਕਿ ਅਸੀਂ ਵਿਰੋਧੀਆਂ ਦੀ ਇਸ ਦਲੀਲ ਨੂੰ ਵਜ਼ਨਦਾਰ ਨਹੀਂ ਬਣਾ ਰਹੇ ਹੁੰਦੇ ਕਿ ਇਸੇ ਕਾਰਨ ਦਸ਼ਮੇਸ਼ ਜੀ ਨੇ ਆਪਣੇ ਆਪ ਨੂੰ ਕਿਸੇ ਥਾਂ ਵੀ ਨਾਨਕ ਨਹੀਂ ਲਿਖਿਆ। ਨੰਬਰ 3। ਇਹ ਕਹਿਣਾ ਕਿ ਕਿਉਂਕਿ ਦਸ਼ਮੇਸ਼ ਜੀ ਵਿੱਚ ਵੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਸੀ, ਇਸ ਲਈ ਦਸ਼ਮੇਸ਼ ਜੀ ਨੂੰ ਪਿਤਾ ਕਹਿਣ ਦਾ ਅਰਥ ਗੁਰੂ ਨਾਨਕ ਜੀ ਨੂੰ ਹੀ ਪਿਤਾ ਕਹਿਣ ਤੁੱਲ ਹੈ, ਅਰਥਹੀਨ ਹੈ। ਕਿਉਂਕਿ ਹੁਣੇ ਹੀ ਅਸਾਂ ਬਚਿੱਤਰ ਨਾਟਕ ਦੀ ਵਿਚਾਰ ਕਰਦਿਆਂ ਵੇਖਿਆ ਹੈ ਕਿ ਉਸ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਗੋਤ ਅਤੇ ਜਨਮ ਅਲੱਗ ਸਿੱਧ ਕਰਕੇ ਗੁਰੂ ਨਾਨਕ ਸਾਹਿਬ ਦੀ ਜੋਤ ਕੇਵਲ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਤੱਕ ਹੀ ਪੁੱਜੀ ਪੜ੍ਹ ਲਈ ਹੈ। ਮਾਤਾ ਸੁਲੱਖਣੀ ਜੀ ਦੀ ਥਾਂ ਮਾਤਾ ਸਾਹਿਬਦੇਵਾਂ ਜੀ ਕਿਵੇਂ ਲੈ ਸਕਦੇ ਹਨ? ਨੰਬਰ 4। ਗੁਰਬਾਣੀ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਹੀ ਬਾਕੀ ਗੁਰੂ ਸਾਹਿਬਾਨ ਦਾ ਪਿਤਾਮਾ ਮੰਨਿਆ ਹੈ। ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਪੰਨਾ 185। ਸਤਿਗੁਰੂ ਜੀ ਨੇ ਆਪਣੇ ਸਿੱਖ ਨੂੰ ਮਾਤਾ ਵਾਂਗ ਪਿਆਰ ਕਰਦੇ ਹਨ। ਜਿਉਂ ਜਨਨੀ ਸੁਤ ਜਨ ਪਾਲਤੀ, ਰਾਖੇ ਨਦਰ ਮਝਾਰ, ਅੰਤਰ ਬਾਹਰ ਮੁਖ ਦੇ ਗਿਰਾਸ, ਖਿਨ ਖਿਨ ਪੋਚਾਰ। ਤਿਉਂ ਸਤਿਗੁਰ ਗੁਰਸਿੱਖ ਰਾਖਤਾ, ਹਰ ਪ੍ਰੀਤ ਪਿਆਰ। ਪੰਨਾ 168। ਮਾਤਾ ਸਾਹਿਬਦੇਵਾਂ ਕੌਰ ਜੀ ਅਤੇ ਦਸ਼ਮੇਸ਼ ਜੀ ਨੂੰ ਉਚੇਚੇ ਤੌਰ 'ਤੇ ਮਾਤਾ ਪਿਤਾ ਕਹਿਣ ਵਾਲੀ ਗੱਲ ਕਿਸ ਗ੍ਰੰਥ ਤੋਂ ਚੱਲੀ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਧ ਪ੍ਰਮਾਣਿਕ ਗ੍ਰੰਥ ਸਾਡੇ ਕੋਲ ਹੋਰ ਕਿਹੜਾ ਹੈ? ਦਾਸ ਕੋਲ ਇਹਨਾਂ ਸ਼ੰਕਿਆਂ ਦੀ ਨਿਵਰਤੀ ਲਈ ਕੋਈ ਠੋਸ ਦਲੀਲ ਨਹੀਂ ਹੈ। ਸਤਿਗੁਰ ਕਹਿ ਜਨਮੇ ਇਹ ਪਾਵਨ ਤੁਕ
ਸਿੱਧ ਗੋਸ਼ਟ ਬਾਣੀ ਵਿੱਚੋਂ ਹੈ। ਸਿੱਧ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਪ੍ਰਸ਼ਨ ਕਰਦੇ ਹਨ। ਕਿਤ ਬਿਧ ਪੁਰਖਾ ਜਨਮ ਬਟਾਇਆ, ਕਾਹੇ ਕੋ ਤੁਝ ਇਹ ਮਨ ਲਾਇਆ। ਕਿਤ ਬਿਧ ਆਸਾ ਮਨਸਾ ਖਾਈ, ਕਿਤ ਬਿਧ ਜੋਤ ਨਿਰੰਜਨ ਪਾਈ। ਬਿਨ ਦੰਤਾਂ ਕਿਉਂ ਖਾਈਐ ਸਾਰ, ਨਾਨਕ ਸਾਚਾ ਕਰੋ ਵਿਚਾਰ। ਸਿੱਧਾਂ ਦੇ ਇਸ ਪ੍ਰਸ਼ਨ ਦੇ ਉੱਤਰ ਵਿੱਚ ਸਤਿਗੁਰ ਜੀ ਦਾ ਫਰਮਾਨ। ਸਤਿਗੁਰ ਕਹਿ ਜਨਮੇ ਗਗਨ ਮਿਟਾਇਆ, ਅਨਹਦ ਰਾਤੇ ਇਹ ਮਨ ਲਾਇਆ। ਮਨਸਾ ਆਸਾ ਸ਼ਬਦ ਜਲਾਈ, ਗੁਰਮੁਖ ਜੋਤ ਨਿਰੰਜਨ ਪਾਈ। ਤ੍ਰੈ ਗੁਣ ਮੇਟੇ ਖਾਈਐ ਸਾਰ, ਨਾਨਕ ਤਾਰੇ ਤਾਰਨਹਾਰ। ਪੰਨਾ 940। ਪਦ ਅਰਥ। ਸਤਿਗੁਰ ਕਹਿ ਸਤਿਗੁਰੂ ਦੇ ਘਰ ਵਿੱਚ। ਸਤਿਗੁਰ ਕਹਿ ਜਨਮੇ, ਸਤਿਗੁਰੂ ਦੇ ਘਰ ਵਿੱਚ ਜਨਮ ਲਿਆ। ਜਦੋਂ ਗੁਰੂ ਦੀ ਸ਼ਰਨ ਆ ਕੇ ਪਿਛਲਾ ਸੁਭਾਅ ਮਿਟਾ ਦਿੱਤਾ। ਇਹ ਹੈ ਅਰਥ ਗੁਰੂ ਦੇ ਘਰ ਵਿੱਚ ਜਨਮ ਲੈਣ ਦਾ। ਆਪਣੀ ਪਹਿਲੀ ਮੱਤ 'ਤੇ ਆ ਕੇ ਗੁਰੂ ਦੀ ਮੱਤ ਦੇ ਧਾਰਨੀ ਬਣ ਜਾਣਾ ਹੀ ਸਤਿਗੁਰ ਕਹਿ ਜਨਮੇ ਮੰਨਿਆ ਜਾ ਸਕਦਾ ਹੈ। ਜੇ ਗੁਰੂ ਦੀ ਮੱਤ ਗ੍ਰਹਿਣ ਨਹੀਂ ਕਰਨੀ ਤਾਂ ਸਤਿਗੁਰ ਕਹਿ ਜਨਮੇ ਨਹੀਂ ਅਖਵਾਇਆ ਜਾ ਸਕਦਾ। ਗੁਰਬਾਣੀ ਦਾ ਸਿਧਾਂਤ ਸਾਰਾ ਪੰਥ ਰਲ ਕੇ ਵੀ ਨਹੀਂ ਵਿਗਾੜ ਸਕਦਾ। ਪੰਥਕ ਰਹਿਤ ਮਰਜ਼ਾਦਾ ਵਿੱਚ ਇਸ ਮਹਾਵਾਕ ਦੀ ਵਰਤੋਂ ਕਿਸ ਆਧਾਰ 'ਤੇ ਹੋਈ ਹੈ, ਇਸ ਦਾ ਪਿਛੋਕੜ ਦਾਸ ਨੂੰ ਨਹੀਂ ਮਿਲ ਸਕਿਆ। ਸਤਿਗੁਰਾਂ ਦੇ ਬਚਨਾਂ ਅਨੁਸਾਰ ਆਪਣਾ ਆਚਰਣ ਬਣਾਉਣ ਦੀ ਗੱਲ ਤੋਂ ਬਿਨਾਂ ਹੀ ਕੇਵਲ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਨਾਲ ਸਤਿਗੁਰਾਂ ਦਾ ਪੁੱਤਰ ਬਣ ਜਾਣ ਦੀ ਗੱਲ ਗੁਰਮਤਿ ਕਿਵੇਂ ਮੰਨ ਲਈ ਗਈ। ਦਾਸ ਨੂੰ ਇਸ ਭੇਦ ਦੀ ਕੋਈ ਸਮਝ ਨਹੀਂ ਹੈ। ਸਰਬ ਉੱਚ ਪਦਵੀਆਂ ਦੇ ਮਾਲਕ ਜਥੇਦਾਰ ਸਾਹਿਬਾਨ ਕਿਸੇ ਸ਼ੰਕੇ ਦੇ ਨਿਵਰਤੀ ਕਰਨ ਲਈ ਲਿਖੀ ਚਿੱਠੀ ਦਾ ਉੱਤਰ ਦੇਣ ਦੀ ਖੇਚਲ ਨਹੀਂ ਚੱਲ ਰਹੇ। ਅਰਥ, ਜਿਉਂ-ਜਿਉਂ ਸਤਿਗੁਰ ਦੀ ਸਿੱਖਿਆ 'ਤੇ ਤੁਰੇ ਤਿਉਂ-ਤਿਉਂ ਮਨ ਦੀ ਭਟਕਣਾ ਮੁੱਕਦੀ ਗਈ। ਜਿਉਂ-ਜਿਉਂ ਇੱਕ ਰਸ ਵਿਆਪਕ ਪ੍ਰਭੂ ਵਿੱਚ ਜੁੜਨ ਦਾ ਆਨੰਦ ਆਇਆ ਤਿਉਂ-ਤਿਉਂ ਇਹ ਮਨ ਪਰਚਦਾ ਗਿਆ। ਮਨ ਦੇ ਫੁਰਨੇ ਤੇ ਦੁਨੀਆ ਵਾਲੀਆਂ ਆਸਾਂ ਅਸਾਂ ਗੁਰੂ ਦੇ ਸ਼ਬਦ ਗਿਆਨ ਦੀ ਰਾਹੀਂ ਸਾੜੀਆਂ ਹਨ। ਗੁਰੂ ਦੇ ਸਨਮੁਖ ਹੋਇਆਂ ਹੀ ਇੱਕ ਰਸ ਰੱਬੀ ਪ੍ਰਕਾਸ਼ ਲੱਭਾ। ਇਸ ਰੱਬੀ ਪ੍ਰਕਾਸ਼ ਦੀ ਬਰਕਤ ਨਾਲ ਅਸਾਂ ਮਾਇਆ ਦੇ ਝਲਕੇ ਤੋਂ ਤਿੰਨਾਂ ਹੀ ਕਿਸਮਾਂ ਦੇ ਅਸਰ ਤਮੋ, ਰਜੋ, ਸਤੋ ਆਪਣੇ ਉੱਤੇ ਪੈਣ ਨਹੀਂ ਦਿੱਤੇ ਤੇ ਇਸ ਤਰ੍ਹਾਂ ਮਾਇਆ ਦੀ ਚੋਟ ਤੋਂ ਬਚਣ ਦਾ ਇਹ ਅਤ ਔਖਾ ਕੰਮ ਲੋਹਾ ਚੱਬਿਆ ਗਿਆ ਹੈ। ਪਰ ਹੇ ਨਾਨਕ, ਇਸ ਦਤਾਰ ਸਾਗਰ ਤੋਂ ਤਾਰਨ ਦੇ ਸਮਰੱਥ ਪ੍ਰਭੂ ਆਪ ਹੀ ਤਾਰਦਾ ਹੈ। ਸੋ ਬੇਬੇ ਨਾਨਕੀ ਜੀ ਸਭ ਤੋਂ ਪਹਿਲਾਂ ਸਤਿਗੁਰ ਕਹਿ ਜਨਮੇ ਸਨ। ਫਿਰ ਰਾਏ ਬੁਲਾਰ ਜੀ ਸਤਿਗੁਰ ਦੇ ਘਰ ਜਨਮੇ ਸਨ। ਬਾਬਾ ਬੁੱਢਾ ਜੀ, ਭਾਈ ਮਨਸੁਖ ਜੀ, ਭਾਈ ਅਜਿੱਤਾ ਰੰਧਾਵਾ ਜੀ ਸੱਜਣ ਨੇ ਠੱਗੀ ਛੱਡੀ। ਸਤਿਗੁਰ ਕਹਿ ਜਨਮੇ ਬਣ ਕੇ ਭਾਈ ਸੱਜਣ ਜੀ ਬਣ ਗਏ। ਕੌਡਾ ਰਾਖਸ਼ ਵੀ ਸਤਿਗੁਰ ਕਹਿ ਜਨਮੇ ਅਨੁਸਾਰ ਸਤਿਗੁਰ ਜੀ ਦਾ ਪੁੱਤਰ ਬਣਿਆ। ਬਾਬਾ ਲਹਿਣਾ ਜੀ ਵੀ ਸਤਿਗੁਰ ਕਹਿ ਜਨਮੇ ਸਨ, ਪਰ ਉਹ ਪੁੱਤਰ ਤੋਂ ਸੁਪੁੱਤਰ ਬਣ ਕੇ ਗੁਰੂ ਅੰਗਦ ਜੀ ਬਣੇ। ਇਸੇ ਤਰ੍ਹਾਂ ਬੇਅੰਤ ਸਿੱਖ ਆਪਣੀ ਮੱਤ ਤਿਆਗ ਕੇ ਸਤਿਗੁਰਾਂ ਦੀ ਮੱਤ ਅਨੁਸਾਰ ਜੀਵਨ ਢਾਲ ਲੈਣ ਦੇ ਯਤਨਾਂ ਵਿੱਚ ਪਰਪੱਕ ਹੁੰਦੇ ਗਏ। ਪਰ ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਸਤਿਗੁਰ ਕੇ ਜਨਮੇ ਵਾਲੀ ਪਦਵੀ ਪ੍ਰਾਪਤ ਨਾ ਕਰ ਸਕੇ। ਸਤਿਗੁਰਾਂ ਦੇ ਬਿੰਦੀ ਪੁੱਤਰ ਪ੍ਰਿਥੀ ਚੰਦ, ਧੀਰਮਲ ਆਦਿ ਸਤਿਗੁਰ ਕੇ ਜਨਮੇ ਨਾ ਬਣ ਸਕੇ। ਸਤਿਗੁਰ ਕੇ ਜਨਮੇ ਕਿਸੇ ਵੀ ਸਿੱਖ ਨੇ ਕਦੇ ਆਪਣਾ ਉਹ ਜਨਮ ਦਿਨ ਨਹੀਂ ਮਨਾਇਆ ਜਿਸ ਦਿਨ ਉਸਨੇ ਆਪਣੀ ਮੱਤ ਤਿਆਗ ਕੇ ਸਤਿਗੁਰਾਂ ਦੀ ਮੱਤ ਅਨੁਸਾਰ ਜੀਣਾ ਆਰੰਭ ਕੀਤਾ ਸੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਸ ਨੂੰ ਸਤਿਗੁਰ ਕੇ ਜਨਮੇ ਮੰਨਿਆ ਹੈ, ਉਹੋ ਜਿਹਾ ਕੋਈ ਵਿਰਲਾ ਹੀ ਬਣਦਾ ਹੈ। ਜਦ ਸਤਿਗੁਰਾਂ ਦੇ ਆਪਣੇ ਪਰਿਵਾਰ ਵਿੱਚ ਪੈਦਾ ਹੋਏ ਹੀ ਸਾਰੇ ਜੀ ਸਤਿਗੁਰ ਕੇ ਜਨਮੇ ਨਹੀਂ ਬਣ ਸਕੇ ਤਾਂ ਅੰਮ੍ਰਿਤਧਾਰੀਆਂ ਤੋਂ ਛੁੱਟ ਬੇਅਮਰਤੀਏ ਕੇਸਾ ਧਾਰੀਆਂ, ਮੋਨੀਆਂ, ਸ਼ਰਾਬੀਆਂ, ਅਫੀਮੀਆਂ, ਵਿਕਾਰੀਆਂ ਆਦਿ ਵਾਲੀ ਸਾਰੀ ਪੂਰੀ ਸਿੱਖ ਕੌਮ ਨੂੰ ਸਤਿਗੁਰ ਕਹਿ ਜਨਮੇ ਮੰਨ ਕੇ ਕੌਮੀ ਪੱਧਰ 'ਤੇ ਜਨਮ ਦਿਨ ਮਨਾਉਣਾ ਗੁਰਮਤਿ ਨਹੀਂ ਮੰਨੀ ਜਾ ਸਕਦੀ। ਉਲਟਾ ਜਨਮ ਦਿਨ ਮਨਾਉਣ ਦਾ ਪ੍ਰਚਲਿਤ ਢੰਗ ਹੰਕਾਰ ਦੀ ਪ੍ਰਦਰਸ਼ਨੀ ਵੱਧ ਅਤੇ ਕਿਸੇ ਪ੍ਰਾਪਤੀ ਦੀ ਆਸ ਨਫੀ ਬਰਾਬਰ ਹੈ। ਜਨਮ ਲੈਣ ਦਾ ਅਰਥ ਮਾਤਾ ਦੇ ਗਰਭ ਤੋਂ ਪੈਦਾ ਹੋਣਾ ਹੈ। ਜੇਰਜ ਖਾਣੀ ਵਾਲਾ ਹਰ ਇੱਕ ਜੀਵ ਮਾਤਾ ਦੇ ਉਦਰ ਥਾਣੀ ਸੰਸਾਰ ਵਿੱਚ ਆਉਂਦਾ ਹੈ। ਜਨਮ ਤੋਂ ਰਹਿਤ ਕੇਵਲ ਅਕਾਲ ਪੁਰਖ ਹੀ ਹੈ। ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ।
ਪੰਨਾ 473। ਪ੍ਰਗਟ ਹੋਣ ਦਾ ਅਰਥ ਹੈ ਜਾਣਿਆ ਜਾਣਾ, ਪ੍ਰਸਿੱਧ ਹੋਣਾ, ਮਸ਼ਹੂਰ ਹੋਣਾ ਤਥਾ ਮੁਸ਼ਕਣਾ। ਜੜੀ ਬੂਟੀ, ਰੁੱਖ, ਛੋਟੇ ਤੋਂ ਛੋਟੇ ਜੀਆਂ ਤੋਂ ਲੈ ਕੇ ਸੰਸਾਰ ਦੇ ਸਾਰੇ ਪਦਾਰਥ ਵੀ ਆਪਣੇ ਉਚੇਚੇ ਗੁਣਾਂ ਦੇ ਕਾਰਨ ਸੰਸਾਰ ਵਿੱਚ ਪ੍ਰਗਟ ਹੁੰਦੇ ਹਨ। ਜਿੱਡਾ ਬਹੁਤਾ ਨਿਆਰਾ ਗੁਣ ਔਗਣ ਹੋਵੇਗਾ, ਓਡੀ ਛੇਤੀ ਜੀਵ ਜਾਂ ਪਦਾਰਥ ਸੰਸਾਰ ਵਿੱਚ ਜਾਣਿਆ ਜਾਂਦਾ ਹੈ। ਸ਼ੇਰ ਪਸ਼ੂ ਹੈ ਅਤੇ ਹੀਰਾ ਪਦਾਰਥ, ਦੋਵੇਂ ਆਪਣੇ ਉਚੇਚੇ ਗੁਣਾਂ ਦੇ ਕਾਰਨ ਸੰਸਾਰ ਦੇ ਅੰਦਰ ਪ੍ਰਸਿੱਧ ਹਨ ਜਾਂ ਪ੍ਰਗਟ ਹਨ। ਪਰ ਇਹ ਗੱਲ ਮਨੁੱਖ 'ਤੇ ਨਹੀਂ ਟੁਕਦੀ। ਮਨੁੱਖਾਂ ਵਿੱਚੋਂ ਉਹੀ ਪ੍ਰਸਿੱਧ ਹੁੰਦਾ ਹੈ ਜਿਸ ਵਿੱਚ ਦੂਜੇ ਮਨੁੱਖਾਂ ਨਾਲੋਂ ਉਚੇਚੇ ਗੁਣ ਜਾਂ ਉਚੇਚੇ ਔਗਣ ਹੋਣਗੇ। ਅਵਤਾਰੀ, ਮਹਾਂਪੁਰਖ ਅਥਵਾ ਭਗਤ ਜਨ ਗੁਣਾਂ ਦੇ ਕਾਰਨ ਪ੍ਰਸਿੱਧ ਹੋ ਕੇ ਧਰਮ ਗ੍ਰੰਥਾਂ ਦੀ ਸ਼ੋਭਾ ਬਣੇ ਹੋਏ ਹਨ। ਦੂਜੇ ਪਾਸੇ ਨਿਰਦਈ, ਲੁਟੇਰੇ, ਰਾਜੇ, ਮਹਾਰਾਜੇ, ਜਰਨੈਲ ਆਦਿ ਆਪਣੇ ਔਗਣਾਂ ਦੇ ਕਾਰਨ ਇਤਿਹਾਸਕ ਗ੍ਰੰਥਾਂ ਵਿੱਚ ਥਾਂ ਮੱਲੀ ਬੈਠੇ ਹਨ। ਸੰਸਾਰ ਵਿੱਚ ਮਨੁੱਖ ਦਾ ਜਨਮ ਹਰ ਪਲ ਨਿਰੰਤਰ ਹੋ ਰਿਹਾ, ਪਰ ਸੰਸਾਰ ਵਿੱਚ ਪ੍ਰਗਟ ਉਹੀ ਮਨੁੱਖ ਹੁੰਦਾ ਹੈ ਜਿਸ ਵਿੱਚ ਨਿਆਰੇ ਅਤੇ ਬੜੇ ਉਚੇਚੇ ਗੁਣਾਂ ਦੇ ਹੋਣ ਦਾ ਪਤਾ ਲੱਗਦਾ ਹੈ। ਸੋ ਜਨਮ ਲੈਣਾ ਅਤੇ ਪ੍ਰਗਟ ਹੋਣਾ ਇੱਕ ਵੱਖਰੀ ਗੱਲ ਹੈ। ਆਓ ਹੁਣ ਉਪਰੋਕਤ ਦਲੀਲ ਨੂੰ ਗੁਰਬਾਣੀ ਦੀ ਕਸਵੱਟੀ 'ਤੇ ਪਰਖੀਏ। ਗੁਰ ਪੂਰੇ ਰਾਖਿਆ ਦੇ ਹਾਥ, ਪ੍ਰਗਟ ਭਇਆ ਜਨ ਕਾ ਪ੍ਰਤਾਪ। ਪੰਨਾ 396। ਪ੍ਰਗਟਿਓ ਸੋ ਜਨ ਸਗਲੇ ਭਵਨ, ਪਤਤ ਪੁਨੀਤ ਤਾਕੀ ਪਗ ਰੇਨ। ਜਾ ਕੋ ਭੇਟਿਓ ਹਰ ਹਰ ਰਾਏ, ਤਾਕੀ ਗਾਤਮਿਤ ਕਥਾ ਨਾ ਜਾਏ। ਪੰਨਾ 393। ਚਿਤ ਚਿਤਵੂ ਚਰਨਾਰ ਬਿੰਦ, ਊਂਦ ਕਮਲ ਬਿਗ ਸਾਂਤ। ਪ੍ਰਗਟ ਭਏ ਆਪੇ ਗੋਬਿੰਦ, ਨਾਨਕ ਸੰਤ ਮਤਾਂਤ। ਪੰਨਾ 254। ਪ੍ਰਗਟੇ ਗੋਪਾਲ ਮਹਾਂਤ ਕਹਿ ਮਾਥੇ, ਨਾਨਕ ਉਦਰੇ ਤਿਨ ਕਹਿ ਸਾਥੇ। ਪੰਨਾ 295। ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ। ਪੰਨਾ 270। ਚਰਨ ਕਮਲ ਰਿਦ ਅੰਤਰ ਧਾਰੇ, ਪ੍ਰਗਟੀ ਜੋਤ ਮਿਲੇ ਰਾਮ ਪਿਆਰੇ। ਪੰਨਾ 375। ਪ੍ਰਗਟਿਆ ਸੂਰ ਜੋਤ ਉਜਿਆਰਾ, ਸੇਜ ਵਿਛਾਈ ਸਰਦ ਅਪਾਰਾ। ਨਵ ਰੰਗ ਲਾਲ ਸੇਜ ਰਾਵਣ ਆਇਆ, ਜਨ ਨਾਨਕ ਪਿਰ ਧਨ ਮਿਲ ਸੁਖ ਪਾਇਆ। ਪੰਨਾ 737। ਪ੍ਰਗਟ ਭਏ ਸੰਸਾਰ ਮੈਂ ਫਿਰਤੇ ਪਹਿਨਾਮ, ਨਾਨਕ ਤੇ ਸ਼ਰਨਾਗਤੀ ਘਟ ਘਟ ਸਭ ਜਾਣ। ਪੰਨਾ 819। ਅਰਥ: ਜਿਹੜੇ ਮਨੁੱਖਾਂ ਨੂੰ ਪਹਿਲਾਂ ਕੋਈ ਵੀ ਜਾਣਦਾ ਸਿਆਣਦਾ ਨਹੀਂ ਸੀ, ਸਾਧ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਵਿੱਚ ਟਿਕ ਕੇ ਸਿਮਰਨ ਦੀ ਬਰਕਤ ਨਾਲ ਉਹ ਜਗਤ ਵਿੱਚ ਨਾਮਣੇ ਵਾਲੇ ਹੋ ਜਾਂਦੇ ਹਨ। ਇਹ ਨਾਨਕ, ਸਾਧ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈ ਕੇ ਉਸ ਪਰਮਾਤਮਾ ਦੀ ਸਦਾ ਸ਼ਰਨ ਪਏ ਰਹਿਣਾ ਚਾਹੀਦਾ ਹੈ, ਜਿਹੜਾ ਹਰੇਕ ਜੀਵ ਦੇ ਹਿਰਦੇ ਦੀ ਹਰੇਕ ਗੱਲ ਜਾਣਦਾ ਹੈ। ਪ੍ਰਗਟ ਭਇਆ ਖੰਡੀ ਬ੍ਰਹਮੰਡੀ, ਕੀਤਾ ਆਪਣਾ ਪਾਇਆ। ਨਾਨਕ ਸ਼ਰਨ ਨਿਰਭਉ ਕਰਤੇ ਕੀ, ਆਨੰਦ ਮੰਗਲ ਗੁਣ ਗਾਇਆ। ਪੰਨਾ 1224। ਨਿੰਦਾ ਕਹਾਂ ਕਰੋ ਸੰਸਾਰਾ, ਨਿੰਦਕ ਕਾ ਪ੍ਰਗਟ ਪਾਹਾਰਾ। ਨਿੰਦਕ ਸੋਧ ਸਾਧ ਵਿਚਾਰਿਆ, ਕਹੋ ਰਵਿਦਾਸ ਪਾਪੀ ਨਰਕ ਸਿਧਾਰਿਆ। ਪੰਨਾ 875। ਪ੍ਰਗਟ ਭਇਓ ਸਭ ਲੋ ਮੈਂ, ਨਾਨਕ ਅਦਮ ਪਤੰਗ। ਪੰਨਾ 1364। ਸੁਣੀ ਅਰਦਾਸ ਸੁਆਮੀ ਮੇਰੈ, ਸਰਬ ਕਲਾ ਬਣ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਪੰਨਾ 611। ਜੰਮਿਆ ਪੂਤ ਭਗਤ ਗੋਵਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਤੁਰ ਕਾ। ਪੰਨਾ 369। ਇਸ ਇੱਕੋ ਤੁਕ ਵਿੱਚ ਸਤਿਗੁਰਾਂ ਨੇ ਜਨਮ ਲੈਣ ਦੇ ਅਤੇ ਪ੍ਰਗਟ ਹੋਣ ਦੇ ਅਰਥ ਸਮਝਾ ਦਿੱਤੇ ਹਨ। ਗੁਰਬਾਣੀ ਵਿੱਚ ਪ੍ਰਗਟ ਹੋਣ ਨੂੰ ਜਨਮਿਆ ਕਿਸੇ ਇੱਕ ਥਾਂ ਵੀ ਨਹੀਂ ਕਿਹਾ ਗਿਆ। ਭਾਈ ਗੁਰਦਾਸ ਜੀ। ਜਨਮ ਹੋਣ ਅਤੇ ਪ੍ਰਗਟ ਹੋਣ ਵਾਲੇ ਇਹੀ ਗੁਰਮਤਿ ਅਰਥ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋਂ ਵੀ ਸਪਸ਼ਟ ਹਨ। ਪਹਿਲੀ ਵਾਰ ਦੀ 23ਵੀਂ ਪੌੜੀ ਵਿੱਚ ਉਹਨਾਂ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਧਰਤੀ 'ਤੇ ਆਗਮਨ ਹੋਣ ਦੇ ਕਾਰਨ ਦਾ ਜ਼ਿਕਰ ਇਹਨਾਂ ਸ਼ਬਦਾਂ ਵਿੱਚ ਕੀਤਾ ਹੈ। ਸੁਣੀ ਪੁਕਾਰ ਦਾਤਾਰ ਪ੍ਰਭ,
ਗੁਰ ਨਾਨਕ ਜਗ ਮਾਹੀ ਪਠਾਇਆ। ਇਸ ਤੋਂ ਅਗਲੀਆਂ ਪੌੜੀਆਂ। ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਚੜ੍ਹਿਆ ਸੋਧਣ ਧਰਤੁ ਲੁਕਾਈ। ਬਾਬਾ ਆਇਆ ਤੀਰਥ ਹੈ, ਤੀਰਥ ਪੁਰਬ ਸਭੇ ਫਿਰ ਦੇਖੈ। ਪੁਰਬ ਧਰਮ ਬਹੁ ਕਰਮ ਕਰ, ਭਾਉ ਭਗਤ ਬਿਨ ਕਿਤੇ ਨਾ ਲਿਖੈ। ਭਾਉ ਨਾ ਬ੍ਰਹਮੇ ਲਿਖਿਆ, ਚਾਰ ਵੇਦ ਸਿਮਰਤ ਪੜ ਪੇਖੈ। ਢੂੰਡੀ ਸਗਲੀ ਪ੍ਰਿਥਵੀ, ਸਤਜੁਗ ਆ ਦੁਆਪਰ ਤ੍ਰੇਤੈ। ਕਲਯੁਗ ਧੁੰਦੂਕਾਰ ਹੈ, ਭਰਮ ਭੁਲਾਈ ਬਹੁ ਬਿਧ ਭੇਖੈ। ਤੀਰਥਾਂ ਤੇ ਰਟਨ ਕਰਕੇ ਲੋਕਾਂ ਨੂੰ ਭਾਉ ਭਗਤ ਤੋਂ ਸਖਣੇ ਭਰਮਾਂ ਵਿੱਚ ਪਿਆ ਸਤਿਗੁਰਾਂ ਅੱਖੀਂ ਵੇਖ ਲਿਆ ਅਤੇ ਫਿਰ ਜਤੀ ਸਤੀ ਚਿਰ ਜੀਵਣੇ ਸਾਧਕ ਸਿੱਧ ਨਾਥ ਗੁਰ ਚੇਲੇ। ਦੇਵੀ ਦੇਵ ਰਖੀਸੁਰਾਂ, ਭੈਰੋਂ ਖੇਤਰਪਾਲ ਬਹੁ ਮੇਲੇ। ਗਣ ਗੰਧਰਵ ਅਪਸਰਾਂ, ਕਿੰਨਰ ਜਖ ਚਲਤ ਬਹੁ ਖੇਲੇ। ਹਉਮੈ ਅੰਦਰ ਸਭ ਕੋ, ਡੁੱਬੇ ਗੁਰੂ ਸਣੇ ਬਹੁ ਚੇਲੇ। ਗੁਰਮੁਖ ਕੋਇ ਨਾ ਦਿਸਈ, ਢੂੰਡੇ ਤੀਰਥ ਜਾਤਰੀ ਮੇਲੇ। ਡਿਠੇ ਹਿੰਦੂ ਤੁਰਕ ਸਭ, ਪੀਰ ਪੈ ਕਾਂਬਰ ਕੌਮ ਕਤੇਲੇ। ਅੰਧੀ ਅੰਧੇ ਖੂਹੇ ਠੇਲੇ। ਭਾਵ ਗੁਰੂ ਜੀ ਨੇ ਸਾਰੇ ਫਿਰ ਫਿਰ ਕੇ ਕੀ ਡਿਠਾ। ਆਗੂ ਅਤੇ ਚੇਲੇ ਸਭ ਹਉਮੈ ਵਿੱਚ ਫਸੇ ਪਏ ਦੁਖੀ ਹਨ। ਪਰਮਾਰਥ ਕਿਤੇ ਨਹੀਂ ਰਿਹਾ। ਸਭ ਥਾਂ ਧੋਖਾ ਤੇ ਠੱਗੀ ਵਿਹਾਰ ਦਾ ਜਾਂ ਹੰਕਾਰ ਦਾ ਤੋਰਾ ਪਸਰਿਆ ਹੈ। ਮਾਇਆ ਗਰਸੇ ਧਰਮ ਆਗੂਆਂ ਦੀ ਹਾਲਤ ਦਾ ਵਰਣਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਤਰ੍ਹਾਂ ਫਰਮਾਨ ਕਰਦੇ ਹਨ। ਕਬੀਰ ਅਵਰਾਂ ਕੋ ਉਪਦੇਸ਼ ਤੇ, ਮੁਖ ਮੈਂ ਪਰ ਹੈ ਰੇਤ। ਰਾਸ ਬਿਰਾਨੀ ਰਾਖਤੇ, ਖਾਇਆ ਘਰ ਕਾ ਖੇਤ। ਪੰਨਾ 1369। ਹਰ ਪਾਸੇ ਅਗਿਆਨਤਾ ਦੀ ਧੁੰਦ ਪਸਰ ਰਹੀ ਵੇਖੀ ਤਾਂ ਫਿਰ ਇਸ ਧੁੰਦ ਦੇ ਬੱਦਲਾਂ ਨੂੰ ਖੇਰੂ ਖੇਰੂ ਕਰਨ ਵਾਲੇ ਅਪਾਰ ਗਿਆਨ ਰੂਪ ਸੂਰਜ ਨੇ ਆਪਣੀਆਂ ਕਿਰਨਾਂ ਖਿਲਾਰਨੀਆਂ ਆਰੰਭ ਕੀਤੀਆਂ ਤਾਂ ਹਨੇਰੇ ਵਿੱਚ ਚਮਕਣ ਵਾਲੇ ਤਾਰਿਆਂ ਨੂੰ, ਭਾਵ ਅਗਿਆਨਤਾ ਦੇ ਹਨੇਰੇ ਵਿੱਚ ਲੁੱਟ ਮਚਾਉਣ ਵਾਲੇ ਧਰਮ ਆਗੂਆਂ ਨੂੰ ਭਾਜੜਾਂ ਪੈ ਗਈਆਂ। ਸਿਆਣਿਆਂ ਨੂੰ ਇਸ ਤਰ੍ਹਾਂ ਅਨੁਭਵ ਹੋਇਆ ਜਿਵੇਂ ਭਰਮਾਂ ਭੁਲੇਖਿਆਂ ਦਾ ਨਾਸ਼ ਕਰਕੇ ਉੱਚੀ ਆਤਮਿਕ ਅਵਸਥਾ ਦੇ ਮਾਲਕ ਸੰਤ ਸੂਰਮਿਆਂ ਵਾਲੇ ਸ਼ੁਭ ਗੁਣਾਂ ਦਾ ਪ੍ਰਭਾਵ ਵੱਧ ਰਿਹਾ ਹੋਵੇ। ਮਾਨੋ ਸਤਿਗੁਰੂ ਬਾਬਾ ਨਾਨਕ ਜੀ ਦੇ ਨਿਆਰੇ ਗਿਆਨ ਦੀ ਸ਼ੇਰਵਾਈ ਗਰਜਣਾ ਸੁਣ ਕੇ ਅਗਿਆਨਤਾ ਅਤੇ ਵਿਕਾਰ ਰੂਪੀ ਹਨੇਰੇ ਜੰਗਲ ਵਿੱਚੋਂ ਵਿਕਾਰ ਰੂਪੀ ਹਰਨਾਂ ਦੀਆਂ ਡਾਰਾਂ ਅਧੀਰ ਹੋਈਆਂ ਭੱਜੀਆਂ ਜਾ ਰਹੀਆਂ ਹੋਣ। ਜਿੱਥੇ ਵੀ ਗੁਰੂ ਬਾਬਾ ਜੀ ਚਰਨ ਪਾਉਂਦੇ ਸਨ ਉਹੀ ਅਸਥਾਨ ਪੂਜਣਯੋਗ ਬਣ ਰਿਹਾ ਸੀ। ਚਿਰਾਂ ਤੋਂ ਬਣੇ ਗੋਰਖ ਮਤੇ ਹੁਣ ਨਾਨਕ ਮਤੇ ਬਣ ਗਏ। ਘਰਾਂ ਵਿੱਚ ਇਲਾਹੀ ਸਿਫਤ ਸਲਾਹ ਰੂਪੀ ਕੀਰਤਨ ਦੀ ਮਾਨੋ ਵਿਸਾਖੀ ਮਨਾਈ ਜਾਣ ਲੱਗ ਪਈ। ਗੁਰੂ ਬਾਬੇ ਨੇ ਭਾਰਤ, ਬ੍ਰਹਮਾ, ਲੰਕਾ, ਨੇਪਾਲ, ਲੇਹ ਲਦਾਖ, ਤਿੱਬਤ, ਅਫਗਾਨਿਸਤਾਨ, ਈਰਾਨ, ਅਰਬ, ਬਗਦਾਦ, ਰੂਸ, ਚੀਨ ਆਦਿ ਮਾਨੋ ਸਾਰਾ ਸੰਸਾਰ ਧਾਰ ਦਿੱਤਾ। ਅਤੇ ਹੁਣ 27ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਉਸ ਪ੍ਰਗਟ ਪਹਾਰੇ ਦਾ ਵਰਣਨ ਇਹਨਾਂ ਸ਼ਬਦਾਂ ਵਿੱਚ ਕਰਦੇ ਹਨ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪ ਅੰਧੇਰ ਭਲੋਵਾ। ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ, ਨਾ ਧੀਰ ਤਰੁਆ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਵਾ। ਸਿੱਧ ਆਸਣ ਸਭ ਜਗਤ ਦੇ, ਨਾਨਕ ਆਦ ਮਤੇ ਜੇ ਕੋਵਾ। ਘਰ ਘਰ ਅੰਦਰ ਧਰਮਸਾਲ, ਹੋਵੈ ਕੀਰਤਨ ਸਦਾ ਵਿਸੋਵਾ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਟੋਵਾ। ਗੁਰਮੁਖ ਕਾਲ ਵਿੱਚ ਪ੍ਰਗਟ ਹੋਆ। ਅਵਤਾਰ ਧਾਰਨ ਨੂੰ ਅਥਵਾ ਜਨਮ ਲੈਣ ਨੂੰ ਭਾਈ ਸਾਹਿਬ ਨੇ ਵੀ ਪ੍ਰਗਟ ਹੋਣਾ ਨਹੀਂ ਕਿਹਾ। ਉੱਥੇ ਲਫ਼ਜ਼ ਪਠਾਇਆ ਹੈ। ਪਰ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਉਦਾਸੀਆਂ ਤੇ ਚੜ੍ਹੇ ਹੋਏ ਕਣਘੋਰ ਬੱਦਲਾਂ ਵਾਂਗ ਨਿਆਰੇ ਗਿਆਨ ਦੀ ਵਰਖਾ ਕਰਕੇ ਅਗਿਆਨਤਾ ਦੀ ਧੁੰਦ ਮਿਟਾ ਰਹੇ ਸਨ, ਉਸ ਵੇਲੇ ਭਾਈ ਸਾਹਿਬ ਜੀ ਨੇ ਉਹਨਾਂ ਨੂੰ ਪ੍ਰਗਟ ਹੋਏ ਮੰਨਿਆ ਹੈ। ਇਸ ਤਰ੍ਹਾਂ ਭਾਈ ਸਾਹਿਬ ਨੇ ਸਤਿਗੁਰਾਂ ਦੀ ਬਾਣੀ ਦੇ ਠੀਕ ਆਸ਼ੇ ਨੂੰ ਸਪਸ਼ਟ ਕੀਤਾ ਹੈ। ਸਾਰਾ ਪੰਥ ਰਲ ਕੇ ਵੀ ਗੁਰਮਤਿ ਦੇ ਇਸ ਆਸ਼ੇ ਨੂੰ ਨਹੀਂ ਸੀ ਬਦਲ ਸਕਦਾ। ਜੇ ਬਦਲਦਾ ਹੈ ਤਾਂ ਆਪਣੇ ਖਾਤਮੇ ਦੇ ਦਿਨਾਂ ਨੂੰ ਨੇੜੇ ਲਈ ਆ ਰਿਹਾ। ਕਾਰਨ ਅਗਲੀਆਂ ਸਤਰਾਂ ਵਿੱਚ ਸਮਝਿਆ ਜਾ ਸਕਦਾ ਹੈ। 200 ਸਾਲ ਤੋਂ ਵੱਧ ਸਾਲ ਦਾ ਸਮਾਂ ਸਤਿਗੁਰਾਂ ਦੀ ਕਿਰਪਾ ਦੀ ਵਰਖਾ ਨਿਰੰਤਰ ਹੁੰਦੀ ਰਹੀ, ਜਿਸ ਤੋਂ ਖਾਲਸਾ ਅਜਿਹੇ ਸ਼ੁਭ ਉੱਤਮ ਗੁਣਾਂ ਦਾ ਭੰਡਾਰ ਬਣਦਾ ਗਿਆ
ਕਿ ਉਸਨੇ ਅਕਾਲ ਪੁਰਖ ਨੂੰ ਆਪਣੇ ਤੇ ਰਜਾ ਲਿਆ। ਫਿਰ ਪਰਮਾਤਮਾ ਮੌਜ ਵਿੱਚ ਆਇਆ ਅਤੇ ਮਿਹਰਾਂ ਕੀਤੀਆਂ। 1699 ਦੀ ਵਿਸਾਖੀ ਵਾਲੇ ਦਿਨ ਉਚੇਚੇ ਕਿਸਮ ਦੀ ਅਤਿਅੰਤ ਕਰੜੀ ਮਨੁੱਖ ਨੂੰ ਭੈ-ਭੀਤ ਕਰ ਦੇਣ ਵਾਲੀ ਨਿਆਰੀ ਪ੍ਰੀਖਿਆ ਵਿੱਚੋਂ ਖਾਲਸਾ ਪਾਸ ਹੋ ਕੇ ਸੰਸਾਰ ਵਿੱਚ ਪ੍ਰਗਟ ਹੋਇਆ। ਅਸਫਲ ਹੋ ਕੇ ਠੇਡੇ ਖਾ ਰਹੇ ਮਨੁੱਖ ਨੂੰ ਕੋਈ ਨਹੀਂ ਜਾਣਦਾ। ਸਦਾ ਉਹੀ ਵਿਦਿਆਰਥੀ ਸੰਸਾਰ ਵਿੱਚ ਪ੍ਰਗਟ ਹੁੰਦਾ ਹੈ ਜਿਹੜਾ ਉਚੇਚੇ ਨੰਬਰ ਲੈ ਕੇ ਸਰਬ ਉੱਤਮ ਘੋਸ਼ਿਤ ਕੀਤਾ ਜਾਂਦਾ ਹੈ। ਸਫਲ ਹੋਏ ਅਥਵਾ ਪਾਸ ਹੋਏ ਜਨਮਿਆਂ ਸਿਵਾਏ ਸਿੱਖਾਂ ਦੇ ਹੋਰ ਕਦੇ ਕਿਸੇ ਨੇ ਨਹੀਂ ਕਿਹਾ। ਬ੍ਰਾਹਮਣ ਨੇ ਚੁਤਰਾਈ ਕੀਤੀ ਅਤੇ ਸ੍ਰੀ ਰਾਮ ਜੀ ਸ੍ਰੀ ਕ੍ਰਿਸ਼ਨ ਜੀ ਨੂੰ ਆਪਣੇ ਵਿਦਿਆਲੇ ਵਿੱਚ ਪੜ੍ਹਦੇ ਆਪਣੇ ਸ਼ਾਗਿਰਦ ਵਿਖਾ ਦਿੱਤੇ। ਸੋ ਬ੍ਰਾਹਮਣ ਜੇ ਉਹਨਾਂ ਸ਼ਾਗਿਰਦ ਇਸ਼ਟਾਂ ਦੀ ਪਰਵਾਹ ਨਾ ਵੀ ਕਰੇ ਤਾਂ ਗੁਸਤਾਖੀ ਨਹੀਂ ਮੰਨੀ ਜਾ ਸਕਦੀ। ਪਰ ਸਦਕੇ ਜਾਈਏ ਸਿੰਘਾਂ ਤੋਂ, ਜਿਨ੍ਹਾਂ ਨਿਆਰੇ ਗਿਆਨ ਦੇ ਦਾਤਾ ਆਪਣੇ ਸਤਿਗੁਰੂ ਜੀ ਦੇ ਆਪ ਹੀ ਗੁਰੂ ਬਣ ਬੈਠੇ, ਤਾਂ ਉਸ ਚੇਲੇ ਗੁਰੂ ਦੇ ਕਿਸੇ ਗਿਆਨ ਅਨੁਸਾਰ ਚੱਲਣ ਦੀ ਕੀ ਲੋੜ ਹੋਵੇ। ਉਪਰੋਕਤ ਸ਼ਬਦ ਵਿਚਾਰ ਦੇ ਆਧਾਰ 'ਤੇ ਪ੍ਰਗਟ ਹੋਣ ਨੂੰ ਜਨਮ ਹੋਣਾ ਕਹਿਣਾ ਗੁਰਮਤਿ ਨਹੀਂ ਹੈ। ਦਸ਼ਮੇਸ਼ ਜੀ ਦੇ 5 ਭੂਤਕ ਸਰੀਰ ਵਿੱਚ ਵਿਚਰਦੇ ਸਮੇਂ ਕਦੇ ਵੀ ਖਾਲਸੇ ਦਾ ਜਨਮ ਦਿਨ ਨਹੀਂ ਸੀ ਮਨਾਇਆ ਗਿਆ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਫਰਮਾਨ ਦੇ ਅਰਥ ਬਦਲ ਕੇ ਇਸ ਖਾਲਸੇ ਦਾ ਜਨਮ ਦਿਨ ਕਿਹੜੇ ਸਾਲ ਤੋਂ ਮਨਾਇਆ ਜਾਣਾ ਆਰੰਭ ਹੋਇਆ ਸੀ, ਇਸ ਦਾ ਠੀਕ ਅਤੇ ਭਰੋਸੇਯੋਗ ਪਤਾ ਕਿੱਥੋਂ ਮਿਲੇ। ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਪਾਵਨ ਸਰੂਪ ਹੈ, ਜਿਸ ਵਿੱਚ ਸਿੱਖੀ ਦਾ ਵੈਰੀ ਕੋਈ ਰਲਾ ਨਹੀਂ ਪਾ ਸਕਿਆ। ਹੋਰ ਬਥੇਰੇ ਹੱਥ ਪੈਰ ਮਾਰੇ ਹਨ, ਪਰ ਭਰੋਸੇਯੋਗ ਪੁਸਤਕ ਦਾਸ ਨੂੰ ਕਿਤੋਂ ਨਹੀਂ ਮਿਲ ਸਕੀ, ਜਿਸ ਤੋਂ ਇਹ ਠੀਕ ਟੋਹ ਮਿਲ ਸਕੇ ਕਿ ਪ੍ਰਗਟ ਹੋਣ ਨੂੰ ਜਨਮ ਹੋਣ ਵਿੱਚ ਕਿਸ ਨੇ ਕਦੋਂ ਅਤੇ ਕਿਹੜੀ ਕਰਾਮਾਤ ਨੂੰ ਬਦਲ ਦਿੱਤਾ ਸੀ। ਪੰਥ ਵਿੱਚ ਸਤਕਾਰਿਆ ਗਿਆ ਗੁਰਪ੍ਰਤਾਪ ਸੂਰਜ ਗ੍ਰੰਥ ਸੰਮਤ 1900 ਸਨ 1843 ਤੱਕ ਲਿਖਿਆ ਗਿਆ ਹੈ। ਉਸ ਵਿੱਚ ਖਾਲਸੇ ਦੇ ਜਨਮ ਦਿਨ ਮਨਾਉਣ ਦੀ ਪਰੰਪਰਾ ਦਾ ਕੋਈ ਜ਼ਿਕਰ ਨਹੀਂ ਹੈ। ਖਾਲਸੇ ਦਾ ਜਨਮ ਦਿਨ ਮਨਾ ਕੇ ਜਨਮ ਦੀਆਂ ਹੈਪੀ ਬਰਥਡੇ ਟੂ ਯੂ ਵਧਾਈਆਂ ਲੈਣ ਦਾ ਰਿਵਾਜ਼ ਨਿਰਸੰਦੇਹ ਡੇਰਾਵਾਦ ਦੀ ਦੇਣ ਹੈ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 5ਵਾਂ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਦੂਜੇ ਕਾਂਡ ਦਾ 7ਵਾਂ ਅਤੇ 8ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।